ਕਾਫੀ ਦਿਨਾਂ ਤੋਂ ਮੁੱਦਾ ਭਖਿਆ ਹੋਇਆ ਸੀ ਪੰਜਾਬ ਦੀ ਸਿਆਸਤ ਵਿੱਚ ਜੋ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਸੀ। ਉਸ ਤੋਂ ਬਾਅਦ 'ਚ ਬੀਤੇ ਦਿਨ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਆਪਣੀ ਸਰਕਾਰ ਵੱਲੋਂ ਤੇ ਉਹਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ। ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਜਿਸ ਵਿੱਚ ਆਪਾਂ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਇਕੱਠੇ ਬੈਠੇ ਨਜ਼ਰ ਆਏ ਨੇ ਉਸ ਤੋਂ ਇਲਾਵਾ ਜੋ ਆਪਣੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਮੀਟਿੰਗ ਬਹੁਤ ਦੇਰ ਪਹਿਲਾਂ ਬੁਲਾਈ ਜਾਣੀ ਚਾਹੀਦੀ ਸੀ, ਇਹ ਲੇਟ ਬੁਲਾਈ ਹੈ। ਮਤਲਬ ਕਾਫੀ ਕੁਝ ਇਸ ਟਾਈਮ ਇਸ ਸਿਆਸਤ ਵਿੱਚ ਚੱਲ ਰਿਹਾ, ਤੁਸੀਂ ਸਭ ਬਾਰੇ ਕੀ ਕਹਿਣਾ ਚਾਹੋਗੇ? ਜਸਵੀਰ ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਸਰਬ ਪਾਰਟੀ ਮੀਟਿੰਗ ਹੋਈ ਆ, ਚੰਗੀ ਗੱਲ ਆ ਕਿ ਪੰਜਾਬ ਨਾਲ ਜੁੜੇ ਇੱਕ ਭਖਦੇ ਮਸਲੇ ਤੇ ਵੱਡੀ ਸਮੱਸਿਆ ਜਿਹੜੀ ਕਹੀ ਜਾ ਰਹੀ ਆ, ਮੰਨੀ ਜਾ ਰਹੀ ਆ, ਉਹਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇੱਕ ਮੰਚ ਤੇ ਇਕੱਠੇ ਹੋਏ ਆ, ਸਿਰ ਜੋੜ ਕੇ ਉਸ ਮਸਲੇ ਦਾ ਹੱਲ ਕਰਨ ਲਈ ਯਤਨ ਲੱਭਣ ਵਾਲੇ ਪਾਸੇ ਵਧੇ ਆ। ਜਿਹੜੇ ਲੀਡਰ ਆ ਉਹ ਬਦਲ ਜਾਂਦੇ ਨੇ ਸਰਕਾਰ ਦੇ ਵਿੱਚ ਆ ਕੇ, ਫਿਰ ਜਿਹੜੇ ਲੋਕ ਨੇ ਉਹ ਪ੍ਰੋਟੈਸਟ ਕਰਦੇ ਨੇ, ਲੋਕ ਸਵਾਲ ਖੜੇ ਕਰਦੇ ਨੇ, ਸਵਾਲ ਪੁੱਛਦੇ ਨੇ ਕਿ ਤੁਸੀਂ ਸਾਡੇ ਨਾਲ ਇਹ ਵਾਅਦੇ ਕੀਤੇ ਕਿਸ ਦੇ। ਇਹੀ ਕਾਰਨ ਆ ਕਿ ਜਦੋਂ ਤੁਸੀਂ ਕਿਸੇ ਵੀ ਮੁੱਦੇ ਪਰ ਆ ਕੇ ਭਖਦੀ ਬਹਿਸ ਕਰਦੇ ਨੇ, ਚਰਚਾ ਕਰਦੇ ਨੇ, ਉਹਦੇ 'ਚੋਂ ਬਹੁਤ ਸਾਰੇ ਹੱਲ ਨਿਕਲਣ ਦੇ ਚਾਂਸ ਹੁੰਦੇ ਨੇ ਤੇ ਹੱਲ ਨਿਕਲਦੇ ਵੀ। ਹੁਣ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਲੰਬੀ ਚੌੜੀ ਚਰਚਾ ਹੋਈ ਆ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ, ਸਾਰੀਆਂ ਧਿਰਾਂ ਨੇ ਇਸ ਮਸਲੇ ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਵੀ ਗੱਲ ਕੀਤੀ ਆ। ਸੰਵਿਧਾਨਕ ਤੌਰ ਤੇ ਵੀ ਲੜਾਈ ਲੜਨ ਦੀ ਗੱਲ ਹੋਈ ਆ, ਜਨਤਕ ਤੌਰ ਤੇ ਪਬਲਿਕਲੀ ਤੌਰ ਤੇ ਵੀ ਲੜਾਈ ਲੜਨ ਦੀ ਗੱਲ ਹੋਈ ਆ ਕਿ ਧਰਨੇ, ਮੁਜ਼ਾਹਰੇ, ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਕਾਨੂੰਨੀ ਲੜਾਈ ਆ ਉਹ ਲੜਨ ਦਾ ਵੀ ਇੱਕ ਫੈਸਲਾ ਹੋਇਆ ਕਿ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਆ ਜਿਹੜੀ ਦਾਇਰ ਕੀਤੀ ਜਾਵੇ। ਮੈਨੂੰ ਤਾਂ ਲੱਗਦਾ ਵੀ ਇਹ ਵੀ ਹੋਣਾ ਚਾਹੀਦਾ ਕਿ ਜਿਹੜੀਆਂ ਅਜਿਹੀਆਂ ਮੀਟਿੰਗਾਂ ਇਹ ਪੂਰੀ ਤਰ੍ਹਾਂ ਜਨਤਕ ਹੋਣੀਆਂ ਚਾਹੀਦੀਆਂ ਤਾਂ ਕਿ ਜੋ ਅੰਦਰ ਬੋਲਦੇ ਨੇ, ਜੋ ਅੰਦਰ ਹੋ ਰਹੇ ਨੇ ਤੇ ਲੋਕਾਂ ਨੂੰ ਪਤਾ ਲੱਗੇ। ਹੁਣ ਦੇਖੋ ਜਸਵੀਰ, ਤਕਨੀਕ ਬਦਲਦੀ ਜਾ ਰਹੀ ਹੈ, ਅੱਗੇ ਗੱਲਾਂ ਹੋਰ ਤੀਆਂ, ਪਤਾ ਨਹੀਂ ਤਾਂ ਲੱਗਦਾ ਲੋਕਾਂ ਨੂੰ। ਮੀਡੀਆ ਦੇ ਜਿਹੜੇ ਅਖਬਾਰ ਤੇ ਘੱਟ ਸੀਗੇ ਜਾਂ ਚੈਨਲ ਜਿਹੜੇ ਘੱਟ ਸੀਗੇ, ਹੁਣ ਤਾਂ ਹਰ ਮੋਬਾਈਲ ਦੇ ਵਿੱਚ ਚੈਨਲ ਨੇ, ਹਰ ਮੋਬਾਈਲ ਆ ਜਿਹੜਾ ਹਰ ਜਿਹੜਾ ਜਿਹਦੇ ਕੋਲ ਮੋਬਾਈਲ ਆ, ਹਰ ਵਿਅਕਤੀ ਕੁਛ ਵੀ ਕਰਕੇ ਕੋਈ ਘਟਨਾ ਬਣਾ ਕੇ ਵੀਡੀਓ ਬਣਾ ਕੇ ਤੁਸੀਂ ਸ਼ੇਅਰ ਕਰ ਦਿੰਦੇ ਆ। ਕਿੰਨੇ ਜਿਹੜੇ ਮਸਲੇ ਆ ਸੋਸ਼ਲ ਮੀਡੀਆ ਰਾਹੀਂ ਜਿਹੜੇ ਹੱਲ ਹੋਏ ਆ, ਜਨਤਕ ਹੋਏ ਆ, ਸਰਕਾਰਾਂ ਤੱਕ ਪਹੁੰਚਿਆ। ਇਸ ਕਰਕੇ ਉਹ ਜਦੋਂ ਉਹ ਮੀਟਿੰਗ ਹੋਵੇ, ਉਹਦੀ ਟੈਲੀਕਾਸਟ ਹੋਵੇ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਨੁਮਾਇੰਦਾ ਜਿਹੜਾ ਕੀ ਬੋਲ ਰਿਹਾ ਹੈ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨਾਲ ਵੀ ਇੱਦਾਂ ਦੀ ਇੱਕ ਘਟਨਾ ਵਾਪਰੀ ਸੀ ਕਿ ਉਹ ਇੱਕ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਦੇ ਇੱਕ ਵਰਕਰ ਨੇ ਉਹਨਾਂ ਨੂੰ ਪੁੱਛ ਲਿਆ ਸੀ ਕਿ ਤੁਸੀਂ ਜੋ ਕਹਿੰਦੇ ਹੋ ਕਰਦੇ ਤਾਂ ਹੈ ਨਹੀਂ। ਮੈਂ ਇੱਕ ਵਾਰੀ ਉਹਨਾਂ ਨੇ ਕਿਹਾ ਬਠਿੰਡੇ ਆਇਆ ਤਾਂ ਸੜਕਾਂ ਦੇ ਬੁਰੇ ਹਾਲ ਸੀ ਜਦੋਂ ਕਿ ਸਰਕਾਰ ਤੁਹਾਡੀ ਸੀ, ਤਾਂ ਮਤਲਬ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਕਿਹਾ ਕਿ ਤੁਸੀਂ ਉਹੀ ਵਾਅਦੇ ਕਰਕੇ ਜਾਓ ਜੋ ਤੁਸੀਂ ਪੂਰੇ ਕਰ ਸਕਦੇ ਹੋ। ਬਿਲਕੁਲ, ਦੇਖੋ ਮੈਂ ਇਸ ਗੱਲ ਦਾ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਗੱਲ ਨੂੰ ਮੈਂ ਉਹ ਤਾਇਦ ਕਰੂੰਗਾ। ਜਦੋਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ 13/29 ਜਦੋਂ ਉਹਨਾਂ ਨੇ ਚੋਣਾਂ ਦੀ ਗੱਲ ਸ਼ੁਰੂ ਕੀਤੀ ਹੈ, ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਉਹਨਾਂ ਨੇ ਤਾਜ ਹੋਟਲ ਦੇ ਵਿੱਚ ਕੀਤੀ ਹੈ। ਉਹਨਾਂ ਨੇ ਇਹ ਵਾਅਦਾ ਕੀਤਾ ਹੈ ਕਿ ਅਸੀਂ ਇਹ ਕਰਾਂਗੇ। ਉਹਨਾਂ ਨੇ ਇੱਕ ਨੌਜਵਾਨੀ ਨਾਲ ਜਿਹੜਾ ਵਾਅਦਾ ਕੀਤਾ, ਉਹਨਾਂ ਨੇ 1 ਲੱਖ ਨੌਕਰੀਆਂ ਦਾ ਕੀਤਾ ਕਿ ਮੈਂ 1 ਲੱਖ ਸਰਕਾਰੀ ਨੌਕਰੀਆਂ ਦੇਵਾਂਗਾ। ਮੈਨੂੰ ਇਹ ਗੱਲ ਚੰਗੀ ਲੱਗੀ। ਹੁਣ ਤੱਕ ਸਾਡੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ, ਆਪਣੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ, ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਸੀਗੇ ਕਾਂਗਰਸ ਪਾਰਟੀ, ਇਹਨਾਂ ਨੇ ਕਿਹਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ। ਜੇ ਘਰ ਘਰ ਰੁਜ਼ਗਾਰ ਨਾ ਦਿੱਤਾ ਗਿਆ ਤਾਂ 2500 ਰੁਪਈਆ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਕਿੰਨੇ ਲੋਕਾਂ ਨੂੰ ਘਰ ਘਰ ਰੁਜ਼ਗਾਰ ਦਿੱਤਾ ਗਿਆ, ਕੋਈ ਅੰਕੜਾ ਹੈ? ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਤਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜਸਵੀਰ ਜੀ। ਹਾਂਜੀ ਸਰ, ਇੱਕ ਕਾਫੀ ਦਿਨਾਂ ਤੋਂ ਮੁੱਦਾ ਭਖਿਆ ਹੋਇਆ ਸੀ ਪੰਜਾਬ ਦੀ ਸਿਆਸਤ ਵਿੱਚ ਜੋ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਸੀ। ਉਸ ਤੋਂ ਬਾਅਦ 'ਚ ਬੀਤੇ ਦਿਨ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਆਪਣੀ ਸਰਕਾਰ ਵੱਲੋਂ ਤੇ ਉਹਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ। ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਜਿਸ ਵਿੱਚ ਆਪਾਂ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਇਕੱਠੇ ਬੈਠੇ ਨਜ਼ਰ ਆਏ ਨੇ ਉਸ ਤੋਂ ਇਲਾਵਾ ਜੋ ਆਪਣੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਮੀਟਿੰਗ ਬਹੁਤ ਦੇਰ ਪਹਿਲਾਂ ਬੁਲਾਈ ਜਾਣੀ ਚਾਹੀਦੀ ਸੀ, ਇਹ ਲੇਟ ਬੁਲਾਈ ਹੈ। ਮਤਲਬ ਕਿ ਕਾਫੀ ਕੁਝ ਇਸ ਟਾਈਮ ਇਸ ਸਿਆਸਤ ਵਿੱਚ ਚੱਲ ਰਿਹਾ, ਤੁਸੀਂ ਸਭ ਬਾਰੇ ਕੀ ਕਹਿਣਾ ਚਾਹੋਗੇ? ਜਸਵੀਰ ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਸਰਬ ਪਾਰਟੀ ਮੀਟਿੰਗ ਹੋਈ ਆ, ਚੰਗੀ ਗੱਲ ਆ ਕਿ ਪੰਜਾਬ ਨਾਲ ਜੁੜੇ ਇੱਕ ਭਖਦੇ ਮਸਲੇ ਤੇ ਵੱਡੀ ਸਮੱਸਿਆ ਜਿਹੜੀ
ਕਹੀ ਜਾ ਰਹੀ ਆ, ਮੰਨੀ ਜਾ ਰਹੀ ਆ, ਉਹਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇੱਕ ਮੰਚ ਤੇ ਇਕੱਠੇ ਹੋਏ ਆ, ਸਿਰ ਜੋੜ ਕੇ ਉਸ ਮਸਲੇ ਦਾ ਹੱਲ ਕਰਨ ਲਈ ਯਤਨ ਲੱਭਣ ਵਾਲੇ ਪਾਸੇ ਵਧੇ ਆ। ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਮੀਟਿੰਗ ਹੋਈ ਆ ਚੰਗੀ ਗੱਲ ਆ, ਤੇ ਪੰਜਾਬ ਦੇ ਜਿਹੜੇ ਹੋਰ ਵੀ ਭਖਦੇ ਮਸਲੇ ਨੇ, ਚਾਹੇ ਉਹ ਬੇਰੁਜ਼ਗਾਰੀ ਨੇ, ਚਾਹੇ ਉਹ ਡਰੱਗ ਨੇ, ਚਾਹੇ ਕੋਈ ਹੋਰ ਨੇ, ਸਾਰਿਆਂ ਮਸਲਿਆਂ ਨੂੰ ਲੈ ਕੇ ਜਿਹੜੇ ਪੰਜਾਬ ਨਾਲ, ਪੰਜਾਬੀ ਨਾਲ, ਨੌਜਵਾਨੀ ਨਾਲ, ਪੰਜਾਬ ਦੇ ਇਤਿਹਾਸੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਚਰਚਾ ਉਹ ਹੁੰਦੀ ਰਹਿਣੀ ਚਾਹੀਦੀ ਆ। ਸੰਵਾਦ ਆ ਜਿਹੜਾ ਨਿਰੰਤਰ ਹੋਣਾ ਚਾਹੀਦਾ, ਡਾਇਲੋਗ ਆ ਜਿਹੜਾ ਚੱਲਦਾ ਰਹਿਣਾ ਚਾਹੀਦਾ, ਤਾਂ ਉਹਦੇ ਨਾਲ ਸਾਰੀਆਂ ਪਾਰਟੀਆਂ ਦੇ ਜਿਹੜੇ ਵਿਚਾਰ ਆ ਉਹ ਇਕੱਠੇ ਹੋ ਕੇ ਆਉਂਦੇ ਨੇ, ਤੇ ਉਹਦੇ ਬਾਅਦ ਕੋਈ ਸਾਂਝੀ ਜਿਹੜੀ ਰਾਏ ਬਣਦੀ ਆ ਉਹਦੇ ਨਾਲ ਮੈਨੂੰ ਲੱਗਦਾ ਕਿ ਇੱਕ ਇਹ ਲੋਕ ਰਾਏ ਬਣ ਕੇ ਆਉਂਦੀ ਆ, ਫਿਰ ਉਹ ਮਸਲੇ ਆ ਜਿਹੜੇ ਹੱਲ ਹੁੰਦੇ ਨੇ। ਇਹ ਨਿਰੰਤਰ ਹੋਣੇ ਚਾਹੀਦੇ ਨੇ। ਇਕੱਲੇ ਇਸ ਜਿਹੜਾ BSF ਦਾ ਅਧਿਕਾਰ ਖੇਤਰ ਆ ਇਸ ਮੁੱਦੇ ਦੀ ਗੱਲ ਨਹੀਂ, ਹੋਰ ਵੀ ਜਿਹੜੇ ਭਖਦੇ ਮਸਲੇ ਨੇ ਉਹਨਾਂ ਪਰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ, ਸਰਬ ਪਾਰਟੀ ਜਿਹੜੀ ਸਰਕਾਰ ਨੂੰ ਪਹਿਲ ਕਰਨੀ ਬਣਦੀ ਆ, ਹਮੇਸ਼ਾ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਆ, ਇਸ ਮਸਲੇ ਪਰ ਗੱਲਬਾਤ ਕਰਨੀ ਚਾਹੀਦੀ ਆ। ਹੁੰਦਾ ਕੀ ਆ ਜਸਵੀਰ ਸਿੰਘ, ਤੁਸੀਂ ਵੀ ਦੇਖਿਆ ਹੋਣਾ, ਸਰੋਤਿਆਂ ਨੇ ਵੀ ਦੇਖਿਆ, ਅਸੀਂ ਆਮ ਤੌਰ 'ਤੇ ਧਾਰਨਾ ਬਣੀ ਹੁੰਦੀ ਆ ਸਾਡੇ ਜਿਹੜੇ ਲੀਡਰ ਨੇ ਪੋਲੀਟੀਕਲ ਪਾਰਟੀਆਂ ਦੇ, ਉਹ ਜਦੋਂ ਲੋਕਾਂ ਵਿੱਚ ਜਾਂਦੇ ਨੇ ਤਾਂ ਉਹਨਾਂ ਦਾ ਜਿਹੜਾ ਗੱਲ ਕਰਨ ਦਾ ਐਟੀਟਿਊਡ ਆ, ਰਵੱਈਆ ਉਹ ਹੋਰ ਹੁੰਦਾ। ਉਦੋਂ ਉੱਥੇ ਜਾ ਕੇ ਲੋਕਾਂ ਦੇ ਵਿੱਚ ਜਿਹੜੀ ਗੱਲ ਆ ਉਹ ਹੋਰ ਕਰਦੇ ਨੇ। ਜਦੋਂ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਵਿਧਾਨ ਸਭਾ 'ਚ ਪੁੱਜ ਜਾਂਦੇ ਨੇ, ਸੱਤਾ ਦੀਆਂ ਕੁਰਸੀਆਂ ਪਰ ਬੈਸਦੇ ਨੇ, ਟ੍ਰੇਜਰੀ ਬੈਂਚ 'ਤੇ ਆਉਂਦੇ ਨੇ, ਤਾਂ ਉਹਨਾਂ ਦੀ ਜਿਹੜਾ ਕੰਮ ਕਰਨ ਦਾ ਤੌਰ ਤਰੀਕਾ ਹੈ ਉਹ ਬਦਲ ਜਾਂਦਾ ਹੈ, ਉਹਨਾਂ ਦੀ ਸ਼ੈਲੀ ਹੈ ਜਿਹੜੀ ਉਹ ਬਦਲ ਜਾਂਦੀ ਹੈ, ਬਿਲਕੁਲ ਵੱਖਰਾ ਹੋ ਜਾਂਦਾ। ਲੋਕਾਂ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਹੁੰਦੇ ਨੇ ਹੋਰ ਹੁੰਦੇ ਨੇ, ਤੇ ਜਦੋਂ ਸੱਤਾ ਦੀਆਂ ਕੁਰਸੀਆਂ ਪਰ ਬੈਠਦੇ ਨੇ ਉਦੋਂ ਆ ਕੇ ਉਹ ਬਿਲਕੁਲ ਬਦਲ ਜਾਂਦੇ ਨੇ, ਸਿੱਕੇ ਦਾ ਦੂਜਾ ਰੂਪ ਲੈ ਲੈਂਦੇ ਨੇ। ਇਸ ਕਰਕੇ ਜਿਹੜਾ ਟਕਰਾਅ ਏ ਲੋਕਾਂ ਤੇ ਸਰਕਾਰ ਦੇ ਵਿੱਚ ਇਹ ਚੱਲਦਾ ਰਹਿੰਦਾ ਹੈ। ਇਸੇ ਕਰਕੇ ਚੱਲਦਾ ਕਿ ਜਿਹੜੇ ਲੀਡਰ ਆ ਉਹ ਬਦਲ ਜਾਂਦੇ ਨੇ ਸਰਕਾਰ ਦੇ ਵਿੱਚ ਆ ਕੇ, ਫਿਰ ਜਿਹੜੇ ਲੋਕ ਨੇ ਉਹ ਪ੍ਰੋਟੈਸਟ ਕਰਦੇ ਨੇ, ਲੋਕ ਸਵਾਲ ਖੜੇ ਕਰਦੇ ਨੇ, ਸਵਾਲ ਪੁੱਛਦੇ ਨੇ ਕਿ ਤੁਸੀਂ ਸਾਡੇ ਨਾਲ ਇਹ ਵਾਅਦੇ ਕੀਤੇ ਗਏ ਸੀਗੇ। ਇਹੀ ਕਾਰਨ ਆ ਕਿ ਜਦੋਂ ਤੁਸੀਂ ਕਿਸੇ ਵੀ ਮੁੱਦੇ ਪਰ ਆ ਕੇ ਭਖਦੀ ਬਹਿਸ ਕਰਦੇ ਨੇ, ਚਰਚਾ ਕਰਦੇ ਨੇ, ਉਹਦੇ 'ਚੋਂ ਬਹੁਤ ਸਾਰੇ ਹੱਲ ਨਿਕਲਣ ਦੇ ਚਾਂਸ ਹੁੰਦੇ ਨੇ, ਤੇ ਹੱਲ ਨਿਕਲਦੇ ਵੀ। ਹੁਣ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਲੰਬੀ ਚੌੜੀ ਚਰਚਾ ਹੋਈ ਆ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ, ਸਾਰੀਆਂ ਧਿਰਾਂ ਨੇ ਇਸ ਮਸਲੇ 'ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਵੀ ਗੱਲ ਕੀਤੀ ਆ। ਸੰਵਿਧਾਨਕ ਤੌਰ 'ਤੇ ਵੀ ਲੜਾਈ ਲੜਨ ਦੀ ਗੱਲ ਹੋਈ ਆ, ਜਨਤਕ ਤੌਰ 'ਤੇ ਪਬਲਿਕਲੀ ਤੌਰ 'ਤੇ ਵੀ ਲੜਾਈ ਲੜਨ ਦੀ ਗੱਲ ਹੋਈ ਆ ਕਿ ਧਰਨੇ, ਮੁਜ਼ਾਹਰੇ, ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਤੇ ਨਾਲ ਦੀ ਨਾਲ ਜਿਹੜੀ ਕਾਨੂੰਨੀ ਲੜਾਈ ਆ ਉਹ ਲੜਨ ਦਾ ਵੀ ਇੱਕ ਫੈਸਲਾ ਹੋਇਆ ਕਿ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਹੈ ਜਿਹੜੀ ਦਾਇਰ ਕੀਤੀ ਜਾਵੇ। ਜਸਵੀਰ, ਇੱਕ ਗੱਲ ਹੋਰ ਹੈ ਕਿ ਇਸ ਮੀਟਿੰਗ ਦਾ ਜਿਹੜਾ BJP ਆ ਉਹਨੇ ਵਿਰੋਧ ਕੀਤਾ ਹੈ, ਬਾਈਕਾਟ ਕੀਤਾ ਹੈ। ਚੰਗੀ ਗੱਲ ਇਹ ਆ ਕਿ ਇਸ ਮੀਟਿੰਗ ਦੇ ਵਿੱਚ ਪਹਿਲੀ ਵਾਰੀ ਜਿਹੜੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਆ ਕਿ ਉਹਨਾਂ ਨੂੰ ਵੀ ਬੁਲਾਇਆ ਗਿਆ, ਨਹੀਂ ਤਾਂ ਹੁਣ ਤੱਕ ਪਹਿਲਾਂ 10 ਸਾਲ ਅਕਾਲੀ ਭਾਜਪਾ ਸਰਕਾਰ ਰਹੀ, ਫਿਰ 4.5 ਸਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਦੇ ਸਾਡੂ ਸਾਹਿਬ ਵੀ ਨੇ, ਠੀਕ ਆ, ਉਹ ਵੀ ਇਹਨਾਂ ਨੂੰ ਮੀਟਿੰਗ 'ਚ ਨਹੀਂ ਬੁਲਾਉਂਦੇ ਰਹੇ, ਦੂਰ ਰੱਖਦੇ ਰਹੇ ਕਿਸੇ ਨਾ ਕਿਸੇ ਕਾਰਨ ਦੇ ਕਰ। ਪਰ ਹੁਣ ਇਹ ਮੀਟਿੰਗ ਦੇ ਵਿੱਚ ਆਏ ਨੇ ਤੇ ਇਹਨਾਂ ਨੇ ਆਪਣਾ ਜਿਹੜਾ ਪੱਖ ਰੱਖਿਆ, ਆਪਣੀ ਜਿਹੜੀ ਗੱਲ ਆ ਉੱਥੇ ਰੱਖੀ ਆ। ਤੇ ਜਿਹੜੀ BJP ਨੇ ਵਿਰੋਧ ਕੀਤਾ ਮੀਟਿੰਗ ਦਾ, ਮੈਨੂੰ ਲੱਗਦਾ ਕਿ BJP ਨਿਰੰਤਰ ਹੈ ਜਿਹੜਾ ਲੋਕਾਂ ਨਾਲੋਂ ਟੁੱਟਦੀ ਜਾ ਰਹੀ ਆ। ਹਰ ਵੇਲੇ ਜਿਹੜੀ ਕਿ ਲੋਕ ਹਿੱਤ ਦਾ ਮੁੱਦਾ ਹੋਣ ਦੀ ਬਜਾਏ, ਲੋਕ ਹਿਤੈਸ਼ੀ ਗੱਲ ਕਰਨ ਦੀ ਬਜਾਏ, ਲੋਕਾਂ ਦੀ ਗੱਲ ਕਰਨ ਦੀ ਬਜਾਏ, ਉਹ ਹਮੇਸ਼ਾ ਜੋ ਕੇਂਦਰ ਸਰਕਾਰ ਦਾ ਪੈਂਤੜ ਹੈ ਜਾਂ ਕੇਂਦਰ ਸਰਕਾਰ ਦੀ ਜਿਹੜੀ ਗੱਲ ਆ ਉਹਦੇ ਬਾਰੇ ਫੁੱਲ ਚੜਾਉਂਦੀ ਰਹੀ ਆ। ਹੁਣ ਇਹਨਾਂ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਜੀ, ਤੇ ਕੱਲ੍ਹ ਮਨੋਰੰਜਨ ਕਾਲੀਆ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਨੂੰ ਡਰੱਗ ਦੇ ਮੁੱਦੇ 'ਤੇ ਵੀ ਪ੍ਰੈਸ ਕਾਨਫਰੰਸ ਸਾਂਝੀ ਜਿਹੜੀ ਮੀਟਿੰਗ ਆ, ਸਰਬਦਲੀ ਮੀਟਿੰਗ ਆ, ਉਹ ਬੁਲਾਉਣੀ ਚਾਹੀਦੀ ਆ, ਜਾਂ ਜਿਹੜੇ ਹੋਰ ਮੁੱਦੇ ਆ ਉਹ ਵੀ ਗੱਲ ਕਰਨ ਵਾਸਤੇ, ਉਹਨਾਂ 'ਤੇ ਵੀ ਵਿਚਾਰ ਚਰਚਾ ਕਰਨ ਵਾਸਤੇ ਸਾਂਝੀ ਮੀਟਿੰਗ ਬੁਲਾਉਣੀ ਚਾਹੀਦੀ ਆ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ BJP ਦੇ ਜਿਹੜੇ ਲੀਡਰ ਸਾਹਿਬਾਨ ਨੇ, ਚਾਹੇ ਅਸ਼ਵਨੀ ਸ਼ਰਮਾ ਜੀ ਖੁਦ ਜਾਂ ਉਹਨਾਂ ਦੀ ਟੀਮ ਦੇ ਕੋਈ ਹੋਰ ਨੁਮਾਇੰਦੇ ਆ ਜਿਹੜੇ, ਉਹਨਾਂ ਨੂੰ ਮੀਟਿੰਗ ਦੇ ਵਿੱਚ ਆਉਣਾ ਚਾਹੀਦਾ ਤਾ। ਇਹ ਗੱਲ ਆ ਜਿਹੜੀ ਉਹਨਾਂ ਨੂੰ ਕੱਲ੍ਹ ਮੀਟਿੰਗ ਦੇ ਵਿੱਚ ਕਹਿਣੀ ਚਾਹੀਦੀ ਸੀਗੀ ਕਿ
ਵੀ ਜਿਹੜੇ ਆਹ ਮੁੱਦੇ ਆ ਵੀ ਇਹਨਾਂ ਪਰ ਵੀ ਸਰਬ ਦਲ ਦੀ ਮੀਟਿੰਗ ਵੱਲੋਂ ਬੁਲਾਈ ਜਾਵੇ। ਹੋ ਸਕਦਾ ਕਿ ਉਹਨਾਂ ਦੇ ਨਾਲ ਜਿਹੜੀਆਂ ਹੋਰ ਪਾਰਟੀਆਂ ਉਹ ਵੀ ਉਹਨਾਂ ਦਾ ਸਮਰਥਨ ਕਰਦੇ ਆ ਕਿ ਵਾਕਈ ਇਹ ਵੀ ਪੰਜਾਬ ਦੀ ਹਿੱਤ ਵਾਸਤੇ ਆ ਜਾਂ ਪੰਜਾਬ ਦੀ ਜਵਾਨੀ ਨਾਲ ਜੁੜੇ ਹੋਏ ਹਿੱਤਾਂ ਵਾਸਤੇ ਆ ਕਿ ਇਹਨਾਂ ਮੁੱਦਿਆਂ 'ਤੇ ਵੀ ਚਰਚਾ ਹੋਣੀ ਚਾਹੀਦੀ ਆ। ਇਹ ਗੱਲ ਉਹਨਾਂ ਨੂੰ ਮੀਟਿੰਗ ਦੇ ਵਿੱਚ ਰੱਖਣੀ ਚਾਹੀਦੀ ਤੇ ਆਉਣਾ ਚਾਹੀਦਾ। ਦੂਜੀ ਗੱਲ ਜਿਹੜੀ ਉਹ ਡਰੱਗ ਦੀ ਗੱਲ ਕਰ ਰਹੇ ਨੇ, ਉਹ ਇਸ ਗੱਲ ਦਾ ਮੈਨੂੰ ਲੱਗਦਾ ਕਿ ਬੀਜੇਪੀ ਦੀ ਲੀਡਰਸ਼ਿਪ ਇਹ ਗੱਲ ਭੁੱਲ ਗਈ ਕਿ ਜਦੋਂ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਨਸ਼ਿਆਂ ਦੀ ਜਿਹੜੀ ਦਰਿਆ ਹੈ ਉਹਦੇ ਵਿੱਚ ਧੱਕੇ ਜਾਣ ਦੇ ਦੋਸ਼ ਲੱਗਦੇ ਰਹੇ ਨੇ। ਬੀਜੇਪੀ ਦੇ ਔਰ ਅਕਾਲੀ ਭਾਜਪਾ ਦੀ ਜਿਹੜੀ ਸਾਂਝੀ ਸਰਕਾਰ ਦੀ 10 ਸਾਲ ਰਹੀ ਆ, ਉਹਦੇ ਵਿੱਚ ਇੱਕ ਮਿਨਿਸਟਰ ਆ ਜਿਹੜਾ ਉਹਦੀ ਬਲੀ ਲਈ ਗਈ ਆ, ਮਤਲਬ ਉਹਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਗਿਆ, ਹਟਾਇਆ ਗਿਆ ਤੇ ਹੋਰ ਮਿਨਿਸਟਰਾਂ 'ਤੇ ਵੀ ਦੋਸ਼ ਲੱਗਦੇ ਰਹੇ ਨੇ ਬੀਜੇਪੀ ਦੇ ਤੇ ਕਾਂਗਰਸ ਦੇ ਜਿਹੜੇ ਅਕਾਲੀ ਦਲ ਤੇ ਬੀਜੇਪੀ ਦੇ ਜਿਹੜੇ। ਉਦੋਂ ਇਹਨਾਂ ਨੇ ਇਸ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ, ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ, ਉਦੋਂ ਇਹਨਾਂ ਨੇ ਇਹ ਮੁੱਦੇ ਕਿਉਂ ਨਹੀਂ ਚੱਕੇ ਕਿ ਇਹ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨੇ, ਪੰਜਾਬ ਨੂੰ ਘੁਣ ਵਾਂਗ ਖਾ ਰਹੇ ਨੇ, ਪੰਜਾਬ ਦਾ ਨੁਕਸਾਨ ਹੋ ਰਿਹਾ ਹੈ, ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹਾ। ਉਦੋਂ ਬੀਜੇਪੀ ਦੀ ਲੀਡਰਸ਼ਿਪ ਨੇ ਕੋਈ ਸਵਾਲ ਖੜਾ ਨਹੀਂ ਕੀਤਾ। ਈਵਨ ਕਿ ਤੁਹਾਡੇ ਯਾਦ ਹੋਵੇਗਾ ਜਦੋਂ ਪਠਾਨਕੋਟ 에ਅਰਬੇਸ ਤੇ ਅਟੈਕ ਹੋਇਆ, ਇੱਕ ਐਸਪੀ ਰੈਂਕ ਦਾ ਅਧਿਕਾਰੀ ਆ ਜਿਹੜਾ ਉਹ ਹੀਰਿਆਂ ਦੀ ਸਮਗਲਿੰਗ ਕਰਦਾ ਫੜਿਆ ਗਿਆ ਸੀਗਾ। ਉਦੋਂ ਇੱਕ ਅਕਾਲੀ ਦਲ ਦੇ ਤੇ ਇੱਕ ਬੀਜੇਪੀ ਦੇ ਵੱਡੇ ਆਗੂਆਂ ਦੇ ਤੇ ਵੀ ਦੋਸ਼ ਲੱਗੇ ਤੇ ਉਂਗਲੀ ਉੱਠੀ ਸੀ ਕਿ ਇਹ ਜਿਹੜਾ ਪੁਲਿਸ ਅਧਿਕਾਰੀ ਆ ਉਹਨਾਂ ਵਾਸਤੇ ਜਿਹੜਾ ਹੀਰਿਆਂ ਦਾ ਵਪਾਰ ਕਰ ਰਿਹਾ ਜਾਂ ਉਹਨਾਂ ਵਾਸਤੇ ਹੀਰਿਆਂ ਦੀ ਸਮਗਲਿੰਗ ਕਰਦਾ ਗਿਆ। NIA ਨੇ ਚੁੱਕਿਆ, ਮਾਮਲਾ ਭਖਿਆ, ਚਲੋ ਬਾਅਦ ਚੋਂ ਉਸ ਨੂੰ ਸਸਪੈਂਡ ਕੀਤਾ ਗਿਆ, ਕਾਰਵਾਈ ਹੋਈ ਆ, ਉਹ ਇੱਕ ਵੱਖਰੀ ਗੱਲ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਉਦੋਂ ਤੁਸੀਂ ਕੀ ਕੀਤਾ ਹੈ? ਬੀਜੇਪੀ ਦੀ ਲੀਡਰਸ਼ਿਪ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਡਰੱਗ ਦੇ ਮੁੱਦਿਆਂ ਪਰ ਅਸੀਂ ਇਹ ਕੀਤਾ ਹੈ, ਪੰਜਾਬ ਨੇ ਦੀ ਜਵਾਨੀ ਨੂੰ ਬਚਾਉਣ ਵਾਸਤੇ ਬੀਜੇਪੀ ਨੇ ਇਹ ਕੰਮ ਕੀਤਾ ਹੈ। ਚੰਗੀ ਗੱਲ ਤਾਂ ਇਹੀ ਸੀ ਕਿ ਉਹਨਾਂ ਨੂੰ ਮੀਟਿੰਗ ਦੇ ਵਿੱਚ ਆ ਕੇ ਆਪਣਾ ਪੱਖ ਰੱਖਦੇ, ਉਹ ਗੱਲ ਕਰਦੇ। ਹੁਣ ਆਪਾਂ ਇਹੀ ਗੱਲ ਕਹਿ ਰਹੇ ਹਾਂ ਕਿ ਲੀਡਰ ਜਿਹੜੇ ਲੋਕਾਂ 'ਚ ਜਾਂਦੇ ਨੇ ਉਦੋਂ ਉਹਨਾਂ ਦੇ ਜਿਹੜੇ ਚਿਹਰੇ ਆ ਉਹ ਹੋਰ ਹੁੰਦੇ ਨੇ, ਉਹਨਾਂ ਦੇ ਨਕਾਬ ਹੋਰ ਤਰ੍ਹਾਂ ਦੇ ਪਾਏ ਹੋਏ ਹੁੰਦੇ ਨੇ, ਸੱਤਾ ਦੇ ਵਿੱਚ ਆ ਕੇ ਹੋਰ ਤਰ੍ਹਾਂ ਦੇ ਨਕਾਬ ਪਾਏ ਜਾਂਦੇ ਨੇ। ਹੁਣ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ ਸਰਬਸੰਮਤੀ ਨਾਲ 2 ਜਿਹੜੇ ਮਤੇ ਆ ਉਹ ਪਾਸ ਹੋਏ ਆ ਕਿ ਇੱਕ ਤਾਂ ਜਿਹੜਾ ਕੇਂਦਰ ਸਰਕਾਰ ਨੇ BSF ਦਾ ਜਿਹੜਾ ਅਧਿਕਾਰ ਖੇਤਰ ਆ ਜਿਹੜਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕੀਤਾ, ਉਹਨੂੰ ਜਿਹੜੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਰੱਦ ਕਰਦੀਆਂ। ਇਹਨੂੰ ਰੱਦ ਕਰਨ ਵਾਸਤੇ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਇਜਲਾਸ ਬੁਲਾਇਆ ਜਾਊਗਾ, ਉੱਥੇ ਜਿਹੜਾ ਮਤਾ ਪਾ ਕੇ ਉਹਨੂੰ ਰੱਦ ਕੀਤਾ ਜਾਊਗਾ। ਦੂਜਾ ਹੀ ਇਹੀ ਮਸਲਾ ਨਿਕਲਿਆ ਕਿ ਜਿਹੜੇ 3 ਖੇਤੀ ਕਾਨੂੰਨ ਨੇ ਉਹਨਾਂ ਨੂੰ ਵੀ ਰੱਦ ਕਰਨ ਵਾਸਤੇ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ ਆ ਜਿਹੜਾ ਬੁਲਾਇਆ ਜਾਊਗਾ। ਹਾਲਾਂਕਿ ਜਦੋਂ 3 ਖੇਤੀ ਕਾਨੂੰਨ ਆਏ ਤੇ ਪੰਜਾਬ ਦੇ ਮੁੱਖ ਮੰਤਰੀ ਉਦੋਂ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਲ ਪਾਰਟੀ ਮੀਟਿੰਗ ਵੀ ਬੁਲਾਈ ਤੀ, ਸਾਰੀਆਂ ਪਾਰਟੀਆਂ ਦੇ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਆ ਉਹਨਾਂ ਨਾਲ ਵੀ ਇੱਕ ਮੀਟਿੰਗ ਕੀਤੀ ਤੀ। ਉਹਨਾਂ ਨੇ ਵੀ ਇਹੀ ਗੱਲ ਕਹੀ ਤੀ ਕਿ ਤੁਸੀਂ ਪੰਜਾਬ ਦੇ ਸਰਕਾਰ ਆ ਜਿਹੜੀ ਵਿਧਾਨ ਸਭਾ ਦੇ ਵਿੱਚ ਲਿਆ ਕੇ ਕਾਨੂੰਨਾਂ ਨੂੰ ਰੱਦ ਕਰੇ, ਕੇਂਦਰ ਸਰਕਾਰ ਮੰਨੇ ਨਾ ਮੰਨੇ ਇਹ ਬਾਅਦ ਦੀ ਗੱਲ ਆ। ਪਹਿਲਾਂ ਪੰਜਾਬ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨ ਨੇਤਾਵਾਂ ਦੇ ਦਬਾਅ ਹੇਠ ਆ ਕੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਕਰਤੀ, ਜਦ ਕਿ ਕਾਨੂੰਨ ਰਿਜੈਕਟ ਨਹੀਂ ਕੀਤੇ, ਕਾਨੂੰਨਾਂ ਦੇ ਵਿੱਚ ਸੋਧ ਕਰ ਦਿੱਤੀ ਗਈ। ਉਹ ਕਾਨੂੰਨ ਜਿਹੜੇ ਸੋਧ ਕੀਤੇ ਹੋਏ ਆ ਗਵਰਨਰ ਸਾਹਿਬ ਦੇ ਕੋਲ ਪਏ ਨੇ, ਉਹਨਾਂ ਨੇ ਅੱਗੇ ਰਾਸ਼ਟਰਪਤੀ ਦੀ ਮਨਜ਼ੂਰੀ ਦੇਣ ਵਾਸਤੇ ਨਹੀਂ ਭੇਜੀ। ਤੇ ਹੁਣ ਵੀ ਜਿਹੜੇ ਆ 2 ਕਾਨੂੰਨ ਆ ਜਿਹੜੇ 2 ਜਿਹੜੇ ਬਿੱਲ ਆ ਰਹੇ ਨੇ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਭਾਰਤ ਸਰਕਾਰ ਕਰ ਰਹੀ ਆ ਤੇ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ, ਮੈਨੂੰ ਲੱਗਦਾ ਫਿਰ ਵੀ ਇਹ ਕਿਤੇ ਨਾ ਕਿਤੇ ਟਕਰਾਅ ਦੇ ਵਿੱਚ ਜਿਹੜਾ ਕੇਂਦਰ ਤੇ ਪੰਜਾਬ ਆ ਜਿਹੜਾ ਟਕਰਾਅ ਦੇ ਵਿੱਚ ਹੋਵੇਗਾ, ਆਮੋ ਸਾਹਮਣੇ ਹੋਵੇਗਾ। ਹੋ ਸਕਦਾ ਵੀ ਜਿਹੜੇ ਹੁਣ ਦੇ ਰਾਜਪਾਲ ਆ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਜੋ ਰੈਗੂਲੇਸ਼ਨ ਪਾਸ ਕੀਤਾ ਜਾਵੇਗਾ ਉਹਨੂੰ ਨਾ ਭੇਜੇ, ਪਰ ਇਹ ਇੱਕ ਬਾਅਦ ਦੀ ਗੱਲ ਆ, ਭੇਜਦੇ ਨਹੀਂ ਭੇਜਦੇ। ਪਰ ਤੁਸੀਂ ਜਿਹੜੀ ਸਰਕਾਰ ਆ ਜਾਂ ਪਾਰਟੀਆਂ, ਇਹ ਤੁਹਾਡੀ ਆਪਣੀ ਰਾਏ ਹੁੰਦੀ ਹੈ, ਤੁਸੀਂ ਇਹ ਸੰਕੇਤ ਦੇਣਾ ਹੁੰਦਾ, ਇਹ ਦੱਸਣਾ ਹੁੰਦਾ ਹੈ ਪਾਰਟੀ ਨੂੰ ਕਿ ਸਰਕਾਰਾਂ ਨੂੰ ਕਿ ਅਸੀਂ ਤੁਹਾਡੇ ਫੈਸਲੇ ਦਾ ਵਿਰੋਧ ਕਰਦੇ ਹਾਂ ਜਾਂ ਇਹ ਤੁਹਾਡਾ ਫੈਸਲਾ ਜਿਹੜਾ ਸਾਨੂੰ ਮਨਜ਼ੂਰ ਨਹੀਂ। ਇਸੇ ਕਰਕੇ ਜਿਹੜੇ ਹੋਰ ਵੀ ਮੁੱਦੇ ਆ ਉਹਨਾਂ ਪਰ ਵੀ ਚਰਚਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਹੁਣ ਕਈ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆਈਆਂ ਸਾਹਮਣੇ ਕਿ ਜਿਵੇਂ ਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਇਹ ਜਿਹੜਾ ਇੱਕ ਬਿੱਲ ਆ
ਜਾਂ ਇੱਕ ਮਤਾ ਹੈ, ਇਹ ਉਦੋਂ ਦੀ ਜਿਹੜੀ ਪੀ ਚਿਦੰਬਰਮ ਨੇ ਜਿਹੜੇ ਉਦੋਂ ਦੇ ਮਿਨਿਸਟਰ ਨੇ ਉਹ ਲੈ ਕੇ ਆਏ ਸੀਗੇ। ਪਰ ਉਹਨਾਂ ਨੇ ਚੰਗੀ ਗੱਲ ਇਹ ਕੀਤੀ ਕਿ ਉਹਨਾਂ ਨੇ ਸਾਰੀਆਂ ਸਟੇਟਾਂ ਤੋਂ ਇਸ ਮੁੱਦੇ ਪਰ ਰਾਏ ਮੰਗੀ ਸੀਗੀ। ਉਦੋਂ ਕਿਸੇ ਵੀ ਸਟੇਟ ਨੇ ਰਾਏ ਨਹੀਂ ਦਿੱਤੀ, ਸਿਰਫ ਤੇ ਸਿਰਫ ਸਿੱਕਮ ਆ ਜਿਹੜਾ ਉਹਨੇ ਵਿਰੋਧ ਕੀਤਾ, ਬਾਕੀ ਕਿਸੇ ਵੀ ਸਟੇਟ ਨੇ ਵਿਰੋਧ ਨਹੀਂ ਕੀਤਾ। ਇਸ ਮੁੱਦੇ ਪਰ ਉਹਨਾਂ ਨੇ ਅਕਾਲੀ ਦਲ ਤੇ ਜਿਹੜੀ ਉੱਥੇ ਦੋ ਨੇਤਾ ਆਏ ਤੇ ਉਹਨਾਂ ਨੂੰ ਘੇਰਿਆ ਵੀ ਆ ਕਿ ਅੱਜ ਤੁਸੀਂ ਵਿਰੋਧ ਕਰ ਰਹੇ ਹੋ, ਤੁਹਾਡੀ ਸਰਕਾਰ ਨੇ ਉਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ, ਤੁਸੀਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਆ, ਤੁਸੀਂ ਚਿੱਠੀ ਕਿਉਂ ਨਹੀਂ ਭੇਜੀ, ਜਵਾਬ ਕਿਉਂ ਨਹੀਂ ਦਿੱਤਾ, ਅੱਜ ਤੁਸੀਂ ਇਸ ਗੱਲ ਦਾ ਵਿਰੋਧ ਕਰਦੇ ਆ। ਇਸੇ ਕਰਕੇ ਮੈਂ ਇਹ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਆ, ਤੁਸੀਂ ਹੋਰ ਭਾਸ਼ਾ ਬੋਲਦੇ ਆ, ਤੁਹਾਡੀ ਸ਼ੈਲੀ, ਤੁਹਾਡੀ ਸ਼ਬਦਾਵਲੀ ਵੱਖਰੀ ਹੁੰਦੀ ਆ। ਜਦੋਂ ਤੁਸੀਂ ਸਰਕਾਰ 'ਚ ਹੋ ਜਾਂਦੇ ਆ, ਤੁਹਾਡਾ ਬਿਲਕੁਲ ਜਿਹੜਾ ਐਟੀਟਿਊਡ ਆ ਚੇਂਜ ਹੋ ਜਾਂਦਾ। ਤੁਹਾਨੂੰ ਆਪਣੀ ਜਿਹੜੀ ਜ਼ਮੀਰ ਦੀ ਆਵਾਜ਼ ਆ, ਜਾਂ ਤੁਹਾਡੀ ਜਿਹੜੀ ਰਾਏ ਆ, ਜਾਂ ਤੁਸੀਂ ਜਿਹੜੀ ਨੈਤਿਕਤਾ ਦੀ ਆਪਾਂ ਗੱਲਾਂ ਕਰਦੇ ਆ, ਉਹਦੇ ਪਰ ਤੁਹਾਨੂੰ ਖੜੇ ਰਹਿਣਾ, ਉਤਰਨਾ ਪਵੇਗਾ, ਖੜੇ ਰਹਿਣਾ ਪਵੇਗਾ ਕਿ ਅਸੀਂ ਜੋ ਕਹਿਣੀ ਦੇ ਕਥਨੀ ਦੇ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਰੱਖਦੇ ਆ। ਉੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੱਲ੍ਹ ਨਿਕਲ ਕੇ ਆਈਆਂ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਇਹੀ ਮੁੱਦਾ ਚੁੱਕਿਆ ਗਿਆ ਕਿ ਜਿਹੜਾ ਉੱਥੇ 15 ਕਿਲੋਮੀਟਰ ਦੇ ਆ, ਉੱਥੇ ਤੇ ਨਸ਼ੇ ਦੀ ਸਮਗਲਿੰਗ ਕਹਿ ਰਿਹਾ ਵੀ ਰੋਕਾਂਗੇ, ਅਸੀਂ ਡਰੋਨ ਰੋਕਾਂਗੇ, ਅਸੀਂ ਇਹ ਕਰਾਂਗੇ ਕਿ ਉਹ 50 ਕਿਲੋਮੀਟਰ ਤੱਕ ਆ ਕੇ ਕਿਉਂ ਰੋਕਣਗੇ, ਜਦੋਂ ਸਰਹੱਦ ਦੇ ਕੋਲ ਬੈਠੇ ਆ ਉੱਥੇ ਕਿਉਂ ਨਹੀਂ ਹੁਣ ਤੱਕ ਰੋਕੇ ਜਾਂਦੇ। ਉੱਥੇ ਦੇ ਨਸ਼ੇ ਆ ਜਿਹੜੇ ਆ ਰਹੇ ਆ, ਪਹਿਲਾਂ ਉੱਥੇ ਤਾਂ ਰੋਕ ਲਓ। ਅਸਲ ਵਿੱਚ ਜਿਹੜੀ ਇਹ 50 ਕਿਲੋਮੀਟਰ ਤੱਕ ਦਾ ਘੇਰਾ ਵਧਾਇਆ ਹੈ, ਇਹ ਸੂਬਿਆਂ ਦੇ ਅਧਿਕਾਰ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ। ਹੋਵੇਗਾ ਕਿ 50 ਕਿਲੋਮੀਟਰ ਦੇ ਦਾਇਰੇ ਤੱਕ ਜਿਹੜੀ BSF ਦੀ ਸੈਨਾ, BSF ਦੀ ਜਿਹੜੀ ਪੈਰਾਮਿਲਟਰੀ ਫੋਰਸਿਸ ਦੇ ਅਫਸਰ ਨੇ, ਉਹ ਪੰਜਾਬ ਪੁਲਿਸ ਨੂੰ ਜਾਂ ਉੱਥੇ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਲਵੇਗਾ, ਕਿਸੇ ਤਰ੍ਹਾਂ ਦੀ ਕੋਈ ਗੱਲ ਉਹਨਾਂ ਦੇ ਧਿਆਨ 'ਚ ਨਹੀਂ ਲਾਵੇਗਾ। ਉਹ ਜੋ ਚਾਹੇਗਾ ਸਿੱਧੇ ਤੌਰ 'ਤੇ ਉਹ ਆਪਣੀ ਕਾਰਵਾਈ ਕਰ ਸਕੇਗਾ। ਇਹ ਇੱਕ ਬਹੁਤ ਵੱਡਾ ਪੰਜਾਬ ਦਾ ਜਿਹੜਾ ਸੰਘੀ ਢਾਂਚੇ ਦੀ ਗੱਲ ਕਰਦੇ ਆਪਾਂ, ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਉੱਤੇ ਹਮਲਾ ਹੋ ਰਿਹਾ। ਇਹ ਪਹਿਲੀ ਵਾਰੀ ਨਹੀਂ ਹਮਲਾ ਹੋਇਆ, ਉੱਤੇ ਪਹਿਲਾਂ ਇਹਨਾਂ ਨੇ GST ਲੈ ਕੇ ਆਂਦੀ, ਉਦੋਂ ਵੀ ਸਾਡੇ ਜਿਹੜੇ ਮਨਪ੍ਰੀਤ ਬਾਦਲ ਨੇ ਫਾਈਨਾਂਸ ਮਿਨਿਸਟਰ ਨੇ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਆ, ਇਹਨਾਂ ਨੇ ਬਹੁਤ ਗਿੱਬ ਕੇ ਇਹ ਗੱਲ ਕਹੀ ਕਿ ਇਹਦੇ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ, ਪੰਜਾਬ ਨੂੰ ਇਸ ਦਾ ਵੱਡਾ ਲਾਭ ਹੋਵੇਗਾ, ਫਾਈਨਾਂਸਿੰਗ ਮਦਦ ਮਿਲੇਗੀ, ਪੰਜਾਬ ਦਾ ਰੈਵਨਿਊ ਘਟੇ ਵਧੇ ਇਹਦੇ ਨਾਲ ਕੋਈ ਫਰਕ ਨਹੀਂ ਪਵੇਗਾ, ਕੇਂਦਰ ਸਰਕਾਰ ਇਹਦੀ ਭਰਵਾਈ ਕਰੇਗੀ। ਸਾਨੂੰ ਉਹਨਾਂ ਦੇ ਮਨਸੂਬੇ ਆ ਜਿਹੜੇ ਉਦੋਂ ਹੀ ਸਮਝ ਲੈਣੇ ਚਾਹੀਦੇ ਤੇ ਕਿ ਕੇਂਦਰ ਸਰਕਾਰ ਆ ਜਿਹੜੀ BJP ਸਰਕਾਰ ਆ, ਉਹ ਕਿਸ ਪਾਸੇ ਵੱਲ ਵਧ ਰਹੀ ਹੈ। ਉਹਨਾਂ ਨੇ ਤਾਂ ਹਰ ਕੰਮ ਇੱਕ ਪਾਸੋਂ ਜਾਂਦੇ ਆ, GST ਇੱਕ ਕਰਤਾ, ਫਿਰ ਵਨ ਨੇਸ਼ਨ ਵਨ ਟੈਕਸ ਦੀ ਗੱਲ ਕਰਤੀ, ਇੱਕ ਰਾਸ਼ਨ ਕਾਰਡ ਦੀ ਗੱਲ ਕਰਤੀ। ਫਿਰ ਜੇ ਤੁਸੀਂ ਇੱਕ ਗੱਲ ਕਰਦੇ ਆ ਫਿਰ ਤੁਸੀਂ ਪੈਟਰੋਲ ਡੀਜ਼ਲ ਨੂੰ ਇੱਕ ਉਹਦੇ 'ਚ ਕਿਤੇ ਨਹੀਂ ਲੈ ਕੇ ਆ ਰਹੇ, ਫਿਰ ਤੁਸੀਂ ਸ਼ਰਾਬ ਨੂੰ ਇੱਕ ਕਾਤੇ ਨਹੀਂ ਲੈ ਕੇ ਆ ਰਹੇ। ਜੇ ਤੁਸੀਂ ਇੱਕ ਦੀ ਗੱਲ ਕਰਦੇ ਆ ਫਿਰ ਪੰਜਾਬ ਨਾਲ ਵਖਰੇਵਾਂ ਕਿਉਂ ਕੀਤਾ ਜਾ ਰਿਹਾ। ਜੇ ਤੁਸੀਂ ਕਹਿੰਦੇ ਵੀ ਪੂਰਾ ਦੇਸ਼ ਇੱਕ ਆ, ਫਿਰ ਪੰਜਾਬ ਨਾਲ ਵਖਰੇਵਾਂ ਕਿਉਂ ਕੀਤਾ ਜਾ ਰਿਹਾ, ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵਖਰੇਵਾਂ ਕਿਉਂ ਕੀਤਾ ਜਾ ਰਿਹਾ, ਜਾਂ ਜਿੱਥੇ ਹੋਰ BJP ਦੀਆਂ ਨਹੀਂ ਸਰਕਾਰਾਂ ਉੱਥੇ ਨਾਲ ਕਿਉਂ ਵਖਰੇਵੇਂ ਕੀਤੇ ਜਾ ਰਹੇ ਨੇ। ਜਦੋਂ ਤੁਸੀਂ ਪੰਜਾਬ ਦੇ ਵਿੱਚ ਕਿਸੇ ਸ਼ਡਿਊਲ ਕਾਸਟ ਦੇ ਨਾਲ ਅਟੈਕ ਹੁੰਦਾ ਹੈ, ਸ਼ਡਿਊਲ ਕਾਸਟ ਨਾਲ ਕੋਈ ਮਤਭੇਦ ਹੁੰਦੇ ਆ, ਸ਼ਡਿਊਲ ਕਾਸਟ ਦੇ ਲੋਕਾਂ ਨਾਲ ਅਤਿਆਚਾਰ ਹੁੰਦਾ, ਤਾਂ ਸਾਰੀ BJP ਦੀ ਲੀਡਰਸ਼ਿਪ ਸਵਾਲ ਖੜੇ ਕਰਦੀ ਆ, ਪੰਜਾਬ ਸਰਕਾਰ ਨੂੰ ਘੇਰਦੀ ਹੈ। ਠੀਕ ਆ। ਜੇ ਕਿਤੇ ਯੂਪੀ ਦੇ ਵਿੱਚ ਹੋ ਜਾਂਦੀ ਆ ਕੋਈ ਘਟਨਾ ਵਾਪਰਦੀ ਆ, ਹਾਥਰਸ ਦੀ ਘਟਨਾ ਹੋਈ ਸੀ, ਉਦੋਂ BJP ਵਾਲਿਆਂ ਦੇ ਮੂੰਹ ਬੰਦ ਹੋ ਗਏ ਸੀਗੇ ਤੇ ਪੰਜਾਬ ਦੇ ਜਿਹੜੇ ਕਾਂਗਰਸੀ ਆ, ਪੰਜਾਬ ਦੇ ਲੀਡਰ ਆ, ਇਹਨਾਂ ਨੇ ਬੋਲਿਆ ਸੀਗਾ। ਹੁਣ ਜੇ ਪੰਜਾਬ ਦੇ ਵਿੱਚ ਕੋਈ ਘਟਨਾ ਹੋ ਜਾਵੇ ਤਾਂ ਪੰਜਾਬ ਦੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਆਪਣਾ ਮੂੰਹ ਬੰਦ ਕਰ ਲੇਗੀ, ਉਹ ਬਿਲਕੁਲ ਨਹੀਂ ਬੋਲੇਗੀ। ਉਹ ਹੋਰ ਸਟੇਟਾਂ ਦੇ ਵਿੱਚ ਜੇ ਘਟਨਾ ਹੋਈ ਫਿਰ ਬੋਲੇਗੀ। ਇਸੇ ਤਰ੍ਹਾਂ ਸੇਮ ਜੇ ਹੋਰ ਸਟੇਟਾਂ ਦੇ ਵਿੱਚ BJP ਦੇ ਰੂਲਿੰਗ ਸਟੇਟਾਂ ਦੇ ਵਿੱਚ ਕੋਈ ਘਟਨਾ ਵਾਪਰੇ, BJP ਵਾਲਿਆਂ ਦਾ ਮੂੰਹ ਬੰਦ ਹੋ ਜਾਏਗਾ, ਤੇ ਪੰਜਾਬ 'ਚ ਕੋਈ ਘਟਨਾ ਹੋਈ ਤਾਂ BJP ਦੇ ਲੀਡਰਸ਼ਿਪ ਮੂੰਹ ਬੋਲੂਗੇ। ਕਿਆ ਕੋਈ ਬੰਦਿਆਂ ਦੇ ਵਿੱਚ ਫਰਕ ਆ, ਬੰਦਿਆਂ ਦੇ ਜਿਹੜਾ ਖੂਨ ਆ ਉਹਦੇ ਵਿੱਚ ਫਰਕ ਆ। ਕਿਉਂ ਨਹੀਂ ਅਸੀਂ ਮਨੁੱਖਤਾ ਨੂੰ ਪਿਆਰ ਕਰਦੇ, ਕਿਉਂ ਨਹੀਂ ਅਸੀਂ ਮਾਨਵਤਾ ਦੀ ਗੱਲ ਕਰਦੇ, ਕਿਉਂ ਨਹੀਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਕਿ ਜੋ ਸੰਵਿਧਾਨ ਸਾਡੇ ਦੇਸ਼ ਦੇ ਵਿੱਚ ਬਣਿਆ, ਜੋ ਸੰਵਿਧਾਨ ਇੱਕ ਸਾਡਾ ਸੰਵਿਧਾਨ ਆ, ਉਹ ਸਾਰਿਆਂ ਦੀ ਉਹਦੀ ਪਾਲਣਾ ਕਰਨੀ ਚਾਹੀਦੀ ਹੈ। ਸਾਡੇ ਅਸੀਂ ਮਨੁੱਖਤਾ ਦੀ ਕਿਉਂ ਨਹੀਂ ਗੱਲ ਕਰਦੇ। ਇਸ ਕਰਕੇ ਜਦੋਂ ਇਹ ਗੱਲਾਂ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਇਹੋ ਜਿਹੇ ਮੁੱਦੇ ਨਿਕਲ ਕੇ ਆਉਣੇ ਚਾਹੀਦੇ ਆ, ਸਵਾਲ ਆ ਜਿਹੜੇ ਖੜੇ ਹੋਣੇ ਚਾਹੀਦੇ ਆ, ਜਿਹੜੇ ਇਹ ਸੰਵਾਦ ਆ, ਇਹ ਡਾਇਲੋਗ ਆ, ਇਹ ਚਰਚਾਵਾਂ, ਇਹ ਸੈਮੀਨਾਰ ਆ, ਇਹ ਮੀਟਿੰਗਾਂ, ਇਹ ਚੱਲਦੀਆਂ ਰਹਿਣੀਆਂ ਚਾਹੀਦੀਆਂ। ਇਹਦੇ ਨਾਲ ਹੀ ਲੋਕ ਹਿੱਤ ਦੇ ਫੈਸਲੇ ਹੋਣਗੇ, ਲੋਕਾਂ ਦੇ ਫੈਸਲੇ ਹੋਣਗੇ, ਤੇ ਇਹਦੇ ਨਾਲ ਜਿਹੜਾ ਸਰਕਾਰਾਂ ਦੀ ਵੀ ਸੌਖ ਆ, ਪੋਲੀਟੀਕਲ ਪਾਰਟੀਆਂ ਦੀ ਵੀ ਸੌਖ ਵਾਲੀ ਗੱਲ ਹੋਵੇਗੀ। ਤਾਂ ਇਹਦੇ ਨਾਲ ਲੋਕਾਂ ਦਾ ਜਿਹੜੇ ਖਾਸ ਕਰਕੇ ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਚਿਹਰੇ ਆ ਉਹ ਅਸਲ ਤੇ ਨਕਲ
ਸਾਹਮਣੇ ਆਉਣਗੇ ਕਿ ਅੰਦਰ ਕੀ ਕਹਿੰਦੇ ਨੇ ਤੇ ਬਾਹਰ ਕੀ ਹੁੰਦੇ ਨੇ, ਲੋਕਾਂ ਨੂੰ ਪਤਾ। ਖਾਸ ਕਰਕੇ ਸਰਕਾਰ ਲਈ ਇਹ ਵੱਡੀ ਕਾਮਯਾਬੀ ਹੋਵੇਗੀ ਕਿ ਇਹ ਬਾਹਰ ਜਾ ਕੇ ਕੀ ਕਹਿੰਦੇ ਨੇ, ਅੰਦਰ ਜਾ ਕੇ ਕੀ ਕਹਿੰਦੇ ਨੇ। ਮੈਨੂੰ ਤਾਂ ਲੱਗਦਾ ਵੀ ਇਹ ਵੀ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਅਜਿਹੀਆਂ ਮੀਟਿੰਗਾਂ ਇਹ ਪੂਰੀ ਤਰ੍ਹਾਂ ਜਨਤਕ ਹੋਣੀਆਂ ਚਾਹੀਦੀਆਂ, ਤਾਂ ਕਿ ਜੋ ਅੰਦਰ ਬੋਲਦੇ ਨੇ, ਜੋ ਅੰਦਰ ਹੋ ਰਹੇ ਨੇ ਤੇ ਲੋਕਾਂ ਨੂੰ ਪਤਾ ਲੱਗੇ। ਹੁਣ ਦੇਖੋ ਜਸਵੀਰ, ਤਕਨੀਕ ਬਦਲਦੀ ਜਾ ਰਹੀ ਨੇ, ਅੱਗੇ ਗੱਲਾਂ ਹੋਰ ਤੀਆਂ, ਪਤਾ ਨਹੀਂ ਤਾਂ ਲੱਗਦਾ ਲੋਕਾਂ ਨੂੰ। ਮੀਡੀਆ ਦੇ ਜਿਹੜੇ ਅਖਬਾਰ ਤੇ ਘੱਟ ਸੀਗੇ ਜਾਂ ਚੈਨਲ ਜਿਹੜੇ ਘੱਟ ਸੀਗੇ, ਹੁਣ ਤਾਂ ਹਰ ਮੋਬਾਈਲ ਦੇ ਵਿੱਚ ਚੈਨਲ ਨੇ। ਹਰ ਮੋਬਾਈਲ ਆ ਜਿਹੜਾ ਹਰ ਜਿਹੜਾ ਜਿਹਦੇ ਕੋਲ ਮੋਬਾਈਲ ਆ, ਹਰ ਵਿਅਕਤੀ ਕੁਛ ਵੀ ਕਰਕੇ ਕੋਈ ਘਟਨਾ ਬਣਾ ਕੇ ਵੀਡੀਓ ਬਣਾ ਕੇ ਤੁਸੀਂ ਸ਼ੇਅਰ ਕਰ ਦਿੰਦੇ ਆ। ਕਿੰਨੇ ਜਿਹੜੇ ਮਸਲੇ ਆ ਸੋਸ਼ਲ ਮੀਡੀਆ ਰਾਹੀਂ ਜਿਹੜੇ ਹੱਲ ਹੋਏ ਆ, ਜਨਤਕ ਹੋਏ ਆ, ਸਰਕਾਰਾਂ ਤੱਕ ਪਹੁੰਚਿਆ। ਇਸ ਕਰਕੇ ਉਹ ਜਦੋਂ ਉਹ ਮੀਟਿੰਗ ਹੋਵੇ, ਉਹਦੀ ਟੈਲੀਕਾਸਟ ਹੋਵੇ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਨੁਮਾਇੰਦਾ ਜਿਹੜਾ ਕੀ ਬੋਲ ਰਿਹਾ ਹੈ ਜਾਂ ਪੋਲੀਟੀਕਲ ਆਗੂ ਕੀ ਬੋਲ ਰਿਹਾ ਹੈ, ਕਿਹੜੀ ਗੱਲ ਬੋਲ ਰਿਹਾ, ਉਹ ਲੋਕ ਸਾਂਭ ਕੇ ਰੱਖਣਗੇ। ਫਿਰ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਸੱਚ ਝੂਠ ਦੀ ਜਿਹੜੀ ਨਿਤਾਰਾ ਹੈ ਉਹ ਲੋਕ ਕਰਨਗੇ, ਤੁਸੀਂ ਝੂਠ ਨਹੀਂ ਬੋਲ ਸਕੋਗੇ। ਲੋਕ ਤੁਹਾਨੂੰ ਪੁੱਛਣਗੇ ਤੁਸੀਂ ਅੰਦਰ ਤਾਂ ਇਹ ਕਹਿੰਦੇ ਸੀਗੇ, ਬਾਹਰ ਤੁਸੀਂ ਹੋਰ ਗੱਲਾਂ ਕਰਦੇ। ਜਿਵੇਂ ਕਿ ਕੱਲ੍ਹ ਹੀ ਭਗਵੰਤ ਮਾਨ ਨੇ ਇਹ ਗੱਲ ਪੱਤਰਕਾਰਾਂ ਨਾਲ ਗੱਲ ਕਰਦੇ ਕਿ ਵੀ ਉੜੀਸਾ ਜਿਹੜਾ ਸਾਡਾ ਮੁੱਦਾ ਨਹੀਂ, ਉੜੀਸਾ ਜਿਹੜਾ ਧਿਆਨ ਭਟਕਾਉਣ ਦੀ ਗੱਲ ਕੀਤੀ ਜਾ ਰਹੀ ਆ। ਉਦੋਂ ਵੀ ਪੱਤਰਕਾਰਾਂ ਨੇ ਹਮਲਾ ਕੀਤਾ ਕਿ ਤੁਸੀਂ ਤਾਂ 2 ਸਾਲ ਪਹਿਲਾਂ ਇਸ ਮੁੱਦੇ ਨੂੰ ਚੱਕਦੇ ਰਹੇ ਆ, ਉਦੋਂ ਮੁੱਦਾ ਸੀ। ਉਹਨਾਂ ਨੂੰ ਆਪਣੀ ਗੱਲ ਨੂੰ ਫਿਰ ਕਹਿਣਾ ਪਿਆ ਕਿ ਮੈਂ ਤਾਂ ਇਸ ਗੱਲ ਪਰ ਕਹਿੰਦਾ ਰਿਹਾ ਕਿ ਜਦੋਂ ਸਿਆਸਤ ਦੀ ਗੱਲ ਚੱਲਦੀ ਸੀਗੀ ਜਾਂ ਕਾਨੂੰਨ ਦੀ ਗੱਲ ਕਰਦੀ ਸੀਗੀ, ਜਿਹੜੇ ਅੱਜ ਦੇ ਲੀਡਰ ਬੋਲਦੇ ਨੇ, ਉਦੋਂ ਉਹ ਉੜੀਸਾ ਤੋਂ ਸਿਫਾਰਸ਼ਾਂ ਲਾਉਂਦੇ ਰਹੇ ਕਿ ਸਾਨੂੰ ਮੰਤਰੀ ਬਣਾਇਆ ਜਾਵੇ, ਸਾਡੇ ਇਹ ਕੰਮ ਕੀਤੇ ਜਾਣੇ ਚਾਹੀਦੇ। ਇਸ ਕਰਕੇ ਜਿਹੜੇ ਸਵਾਲ ਆ ਨਾ, ਲੋਕਾਂ ਨੂੰ ਵੀ ਖੜੇ ਕਰਨੇ ਚਾਹੀਦੇ ਆ ਤੇ ਅਜਿਹੀਆਂ ਗੱਲਾਂ ਸਾਰੀਆਂ ਜਨਤਕ ਹੋਣੀਆਂ ਚਾਹੀਦੀਆਂ। ਜੇ ਗੱਲਾਂ ਜਨਤਕ ਹੋਣਗੀਆਂ ਨਾ, ਲੋਕ ਆਪਣੇ ਲੀਡਰ ਨੂੰ ਜ਼ਰੂਰ ਸਵਾਲ ਪੁੱਛਣਗੇ, ਜ਼ਰੂਰ ਘੇਰਨਗੇ। ਇਹ ਕੱਲ੍ਹ ਦੀ ਜਿਹੜੀ ਮੀਟਿੰਗ ਹੋਈ ਆ ਕਾਫੀ ਚੰਗੇ ਮਾਹੌਲ 'ਚ ਹੋਈ ਆ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ, ਦੋਨੇ ਮੁੱਦੇ ਆ ਜਿਹੜੇ ਇਹਨਾਂ ਪਰ ਚਰਚਾ ਹੋਵੇਗੀ ਤੇ ਦੋਨੇ ਮੁੱਦਿਆਂ ਦੇ ਖਿਲਾਫ ਜਿਹੜੀ ਸਰਕਾਰ ਆ, ਜਿਹੜੀ ਪੋਲੀਟੀਕਲ ਪਾਰਟੀ ਹੈ, ਸਾਰੀਆਂ ਉਹਨਾਂ ਦੇ ਖਿਲਾਫ ਭੁਗਤਣਗੀਆਂ ਤੇ ਇੱਕ ਮਤਾ ਜਿਹੜਾ ਸਰਬਸੰਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣਗੇ। ਹਾਂ ਸਰ, ਤੁਸੀਂ ਆਵਾਜ਼ ਚੁੱਕਣ ਦੀ ਗੱਲ ਕਰ ਰਹੇ ਹੋ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨਾਲ ਵੀ ਇੱਦਾਂ ਦੀ ਇੱਕ ਘਟਨਾ ਵਾਪਰੀ ਸੀ ਕਿ ਉਹ ਇੱਕ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਦੇ ਇੱਕ ਵਰਕਰ ਨੇ ਉਹਨਾਂ ਨੂੰ ਪੁੱਛ ਲਿਆ ਸੀ ਕਿ ਤੁਸੀਂ ਜੋ ਕਹਿੰਦੇ ਹੋ ਕਰਦੇ ਤਾਂ ਹੈ ਨਹੀਂ। ਮੈਂ ਇੱਕ ਵਾਰੀ ਉਹਨਾਂ ਨੇ ਕਿਹਾ ਬਠਿੰਡੇ ਆਇਆ ਤਾਂ ਸੜਕਾਂ ਦੇ ਬੁਰੇ ਹਾਲ ਸੀ ਜਦੋਂ ਕਿ ਸਰਕਾਰ ਤੁਹਾਡੀ ਸੀ, ਤਾਂ ਮਤਲਬ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਕਿਹਾ ਕਿ ਤੁਸੀਂ ਉਹੀ ਵਾਅਦੇ ਕਰਕੇ ਜਾਓ ਜੋ ਤੁਸੀਂ ਪੂਰੇ ਕਰ ਸਕਦੇ ਹੋ। ਬਿਲਕੁਲ, ਦੇਖੋ ਮੈਂ ਇਸ ਗੱਲ ਦਾ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਗੱਲ ਨੂੰ ਮੈਂ ਉਹ ਤਾਇਦ ਕਰੂੰਗਾ। ਜਦੋਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ 13 ਨਿਕਾਤੀ ਜਦੋਂ ਉਹਨਾਂ ਨੇ ਚੋਣਾਂ ਦੀ ਗੱਲ ਸ਼ੁਰੂ ਕੀਤੀ ਹੈ, ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਉਹਨਾਂ ਨੇ ਤਾਜ ਹੋਟਲ ਦੇ ਵਿੱਚ ਕੀਤੀ ਹੈ। ਉਹਨਾਂ ਨੇ ਇਹ ਵਾਅਦਾ ਕੀਤਾ ਹੈ ਕਿ ਅਸੀਂ ਇਹ ਕਰਾਂਗੇ। ਉਹਨਾਂ ਨੇ ਇੱਕ ਨੌਜਵਾਨੀ ਨਾਲ ਜਿਹੜਾ ਵਾਅਦਾ ਕੀਤਾ, ਉਹਨਾਂ ਨੇ 1 ਲੱਖ ਨੌਕਰੀਆਂ ਦਾ ਕੀਤਾ ਕਿ ਮੈਂ 1 ਲੱਖ ਸਰਕਾਰੀ ਨੌਕਰੀਆਂ ਦੇਵਾਂਗਾ। ਮੈਨੂੰ ਇਹ ਗੱਲ ਚੰਗੀ ਲੱਗੀ। ਹੁਣ ਤੱਕ ਸਾਡੀ ਸਰਕਾਰ, ਜਿਹੜੀ ਮੌਜੂਦਾ ਸਰਕਾਰ ਆ, ਆਪਣੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ, ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਸੀਗੇ, ਕਾਂਗਰਸ ਪਾਰਟੀ, ਇਹਨਾਂ ਨੇ ਕਿਹਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ। ਜੇ ਘਰ ਘਰ ਰੁਜ਼ਗਾਰ ਨਾ ਦਿੱਤਾ ਗਿਆ ਤਾਂ 2500 ਰੁਪਈਆ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਕਿੰਨੇ ਲੋਕਾਂ ਨੂੰ ਘਰ ਘਰ ਰੁਜ਼ਗਾਰ ਦਿੱਤਾ ਗਿਆ? ਕੋਈ ਅੰਕੜਾ ਹੈ? ਕਹਿਣ ਨੂੰ ਤਾਂ ਇਹ ਬਹੁਤ ਅੰਕੜੇ ਦੇ ਰਹੇ ਨੇ, 25-26 ਲੱਖ ਦੀ ਗੱਲਾਂ ਕਰ ਰਹੇ ਨੇ, ਪਰ 600 ਦੇ ਕਰੀਬ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਿਆ ਹੁਣ ਤੱਕ, 600-700 ਦੇ ਕਰੀਬ ਆ ਜਿਹੜੀਆਂ। ਤੇ ਬੇਰੁਜ਼ਗਾਰੀ ਭੱਤਾ ਜਿਹੜਾ 2500 ਰੁਪਇਆ ਪੰਜਾਬ ਦੇ ਸਿੰਗਲ ਬੱਚੇ ਨੂੰ ਵੀ, ਸਿੰਗਲ ਬੇਰੁਜ਼ਗਾਰ ਨੌਜਵਾਨ ਨੂੰ ਵੀ ਸਰਕਾਰ ਆ ਜਿਹੜਾ 4.5 ਸਾਲਾਂ ਦੇ ਆ, ਪੌਣੇ 5 ਸਾਲ ਹੋ ਚੱਲੇ, ਇੱਕ ਵੀ ਬੇਰੁਜ਼ਗਾਰ ਨੂੰ 2500 ਰੁਪਇਆ ਬੇਰੁਜ਼ਗਾਰ ਭੱਤਾ ਨਹੀਂ ਦੇ ਸਕੀ। ਤੁਸੀਂ ਕਹਿੰਦੇ ਕੀ? ਇਸ ਕਰਕੇ ਨਹੀਂ ਤਾਂ ਕਿਹੜਾ ਅਸੀਂ ਰੁਜ਼ਗਾਰ ਦੇਵਾਂਗੇ। ਇਹੀ ਗੱਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਕਹਿਣੀਆਂ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਲੋਕਾਂ ਨੂੰ, ਨੌਜਵਾਨਾਂ ਨੂੰ ਬਹਿਕਾਵੇ ਵਿੱਚ ਲੈਣਗੇ, ਭੜਕਾਉਣ ਦਾ ਯਤਨ ਕਰਨਗੇ, ਉਹਨਾਂ ਦਾ ਦਿਲ ਜਿੱਤਣ ਦਾ ਗੱਲ ਕਰਨਗੇ। ਮੈਂ ਇਹ ਗੱਲ ਹਮੇਸ਼ਾ ਗੱਲ ਕਹੀ ਆ ਕਿ ਤੁਸੀਂ ਸਿਰਫ 10 ਵਾਅਦੇ ਕਰ ਲਓ, 5 ਸਾਲ ਤੁਹਾਡੀ ਸਰਕਾਰ ਰਹਿਣੀ ਆ, ਤੁਸੀਂ 10 ਸਾਲ ਲੋਕਾਂ ਦੇ ਵਾਅਦੇ ਕਰੋ ਕਿ ਅਸੀਂ ਸਿਰਫ ਇਹ 10 ਵਾਅਦੇ ਆ ਜਿਹੜੇ ਵੱਡੇ, ਜਿਹੜੇ ਅਸੀਂ ਕਰਾਂਗੇ, ਬਾਕੀ ਕੰਮ ਤਾਂ ਸਰਕਾਰ ਨੇ ਕਰਨੇ ਹੀ ਕਰਨੇ ਆ। ਇਹ 10 ਵਾਅਦੇ ਜਿਹੜੇ ਲੋਕਾਂ ਨਾਲ ਮੁੱਦੇ ਆ ਜਿਹੜੇ ਜੁੜੇ ਹੋਏ, ਇਹ ਕਰੋ ਕਿ ਅਸੀਂ ਇਹ 10 ਸਾਲ ਆ ਜਿਹੜੇ ਕਰਾਂਗੇ। ਪਹਿਲੇ 3 ਸਾਲਾਂ ਦੇ ਵਿੱਚ ਇਹ ਕਰਾਂਗੇ, ਅਗਲੇ 2 ਸਾਲਾਂ ਦੇ ਵਿੱਚ ਇਹ ਕਰਾਂਗੇ, ਤੇ ਸਪਸ਼ਟ ਸੰਕੇਤ ਦੇਣਗੇ, ਸਪਸ਼ਟ ਗੱਲ ਕਰਨਗੇ। ਮੈਨੂੰ ਲੱਗਦਾ ਪੰਜਾਬ ਦੇ ਲੋਕ ਤੁਹਾਡੇ ਪਰ ਜ਼ਿਆਦਾ ਭਰੋਸਾ ਕਰਨਗੇ, ਜ਼ਿਆਦਾ ਵਿਸ਼ਵਾਸ ਕਰਨਗੇ ਕਿ ਇਹਨਾਂ ਨੇ 10 ਵਾਅਦੇ ਕਰਿਆ। ਤੁਸੀਂ 50-60 ਵਾਅਦੇ ਕਰ ਲੈਂਦੇ ਆ, ਕਰਦੇ ਤੁਸੀਂ ਕੁਝ ਹੈ ਨਹੀਂ। ਇਸ ਕਰਕੇ ਤੁਸੀਂ 10 ਵਾਅਦੇ ਕਰੋ। ਹੁਣ ਮੈਨੂੰ ਲੱਗਦਾ ਅੱਜ ਦਾ ਜਿਹੜਾ ਸਭ ਤੋਂ ਵੱਡਾ ਤੇ ਭਖਵਾਂ ਮੁੱਦਾ ਹੈ ਉਹ ਐਜੂਕੇਸ਼ਨ ਤੇ ਹੈਲਥ ਆ। ਜਿਹੜੀ ਸਰਕਾਰ ਇਹ ਕਹਿ ਦੇਵੇ ਕਿ ਅਸੀਂ ਐਜੂਕੇਸ਼ਨ ਤੇ ਹੈਲਥ ਆ ਜਿਹੜਾ ਬਿਲਕੁਲ ਉਹਦੇ ਪਰ ਧਿਆਨ ਦੇਵਾਂਗੇ, ਅਸੀਂ ਇੱਕ ਜਿਹੜਾ ਵਿਦਿਆਰਥੀ ਆ, ਇੱਕ ਨੌਜਵਾਨ ਆ, ਇੱਕ ਬੱਚਾ,
ਅਸੀਂ ਉਹਦੀ ਐਜੂਕੇਸ਼ਨ ਤੇ ਹੈਲਥ ਵੱਲ ਪੂਰਾ ਧਿਆਨ ਦਵਾਂਗੇ, ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਮੈਨੂੰ ਲੱਗਦਾ ਅੱਧਾ ਭ੍ਰਿਸ਼ਟਾਚਾਰ ਆ ਨਾ ਜਸਵੀਰ ਖਤਮ ਹੋ ਜਾਊਗਾ। ਅੱਧੇ ਲੋਕ ਜਿਹੜੇ ਸਰਕਾਰੀ ਮੁਲਾਜ਼ਮਾਂ ਜਾਂ ਹੋਰ ਆ ਭ੍ਰਿਸ਼ਟਾਚਾਰ ਇਸ ਕਰਕੇ ਕਰੀ ਜਾਂਦੇ ਆ ਕਿ ਉਹਨਾਂ ਨੂੰ ਇਹੀ ਪਤਾ ਨਹੀਂ ਲੱਗ ਰਿਹਾ ਕਿ ਕੱਲ੍ਹ ਨੂੰ ਵਾਇਦੀ ਵੇ ਕੋਈ ਬਿਮਾਰੀ ਗਲ ਪੈ ਗਈ, ਕੋਈ ਵਿਪਤਾ ਗਲ ਪੈ ਗਈ ਤਾਂ ਉਹਨਾਂ ਦਾ ਕਿਸੇ ਡਾਕਟਰ ਨੇ ਕਿੰਨਾ ਪੈਸਾ ਲੈ ਲੈਣਾ, ਉਹਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ। ਸਰਕਾਰ ਕਹੇ ਵੀ ਅਸੀਂ ਤਾਂ ਐਜੂਕੇਸ਼ਨ ਤੇ ਹੈਲਥ ਕਿੰਨੀ ਧਿਆਨ ਦੇਣਾ, ਪੰਜਾਬ ਦੇ ਹਰੇਕ ਵਿਦਿਆਰਥੀ ਨੂੰ, ਹਰੇਕ ਬੱਚੇ ਨੂੰ ਕਾਸਟ ਨੂੰ ਦੂਰ ਕਰਦੇ, ਰਿਲੀਜੀਅਸ ਨੂੰ ਦੂਰ ਕਰਦੇ ਹੋਏ, ਹੋਰ ਕਿਸੇ ਤਰ੍ਹਾਂ ਦਾ ਵਖਰੇਵਿਆਂ ਨੂੰ ਭੁੱਲਦੇ ਹੋਏ ਸਿਰਫ ਇਹ ਰੱਖੇ ਵੀ ਇਹ ਪੰਜਾਬੀ ਆ। ਉਹ ਸਿੱਖ ਵੀ ਹੋ ਸਕਦਾ, ਉਹ ਨੌਜਵਾਨ ਸਿੱਖ ਵੀ ਹੋ ਸਕਦਾ, ਉਹ ਮੁਸਲਮਾਨ ਵੀ ਹੋ ਸਕਦਾ, ਉਹ ਬੋਧੀ ਵੀ ਹੋ ਸਕਦਾ, ਉਹ ਈਸਾਈ ਵੀ ਹੋ ਸਕਦਾ, ਕੋਈ ਉਹ ਹਿੰਦੂ ਵੀ ਹੋ ਸਕਦਾ। ਸਾਨੂੰ ਨਹੀਂ ਪਤਾ, ਸਾਨੂੰ ਤਾਂ ਉਹਨਾਂ 'ਚੋਂ ਸਿਰਫ ਇੱਕੋ ਰੂਪ ਦਿਖਣਾ ਚਾਹੀਦਾ ਕਿ ਇਹ ਪੰਜਾਬੀ ਨੇ, ਇਹ ਮਨੁੱਖ ਨੇ, ਪੰਜਾਬੀ ਨੇ, ਉਹਨਾਂ 'ਚੋਂ ਸਾਨੂੰ ਇੱਕੋ ਰੂਪ ਦੇਖਣਾ ਚਾਹੀਦਾ। ਇਸੇ ਤਰ੍ਹਾਂ ਨਾ ਸਾਨੂੰ ਇਹ ਹੋਣਾ ਚਾਹੀਦਾ ਵੀ ਇਹ ਸ਼ਡਿਊਲ ਕਾਸਟ ਆ, ਇਹ ਜੱਟ ਆ, ਇਹ ਤਰਖਾਣ ਆ, ਇਹ ਬ੍ਰਾਹਮਣ ਆ, ਇਹ ਬਾਣੀਆ, ਇਹ ਖੱਤਰੀ ਆ, ਇਹ ਮੁਸਲਮਾਨ। ਸਾਡੇ ਕੋਲ ਕੋਈ ਨਹੀਂ ਹੋਣਾ ਚਾਹੀਦਾ, ਸਾਨੂੰ ਸਿਰਫ ਉਹ 'ਚ ਇੱਕੋ ਰੂਪ ਦਿਖਣਾ ਚਾਹੀਦਾ ਕਿ ਇਹ ਪੰਜਾਬੀ ਆ, ਪੰਜਾਬ ਦਾ ਵਸਨੀਕ ਆ, ਅਸੀਂ ਉਹਦਾ ਇਲਾਜ ਕਰੀਏ, ਅਸੀਂ ਉਹਨੂੰ ਸਿੱਖਿਆ ਦਈਏ। ਜੇ ਅਸੀਂ ਉਸ ਪਾਸੇ ਵੱਲ ਵਧੂਗੇ ਕਿ ਸਾਨੂੰ ਐਜੂਕੇਸ਼ਨ ਤੇ ਹੈਲਥ ਅਸੀਂ ਜਿਹੜੀ ਆਪਣੇ ਮੁੱਢਲਾ ਅਧਿਕਾਰ ਆ, ਜਿਹੜਾ ਫੰਡਾਮੈਂਟਲ ਰਾਈਟ ਆ ਹਰੇਕ ਵਿਅਕਤੀ ਦਾ, ਉਸ ਪਾਸੇ ਵਧੂਗੇ ਤਾਂ ਲੋਕ ਵਿਸ਼ਵਾਸ ਆ ਜਿਹੜੇ ਜ਼ਰੂਰ ਕਰਨਗੇ। 8-10 ਮੁੱਦੇ ਆ ਜਿਹੜੇ ਉਹਨਾਂ ਪਰ ਇਹ ਕੰਮ ਕਰ ਲੈਣ ਤਾਂ ਪੰਜਾਬ ਆ ਜਿਹੜਾ ਤਰੱਕੀ ਦੀਆਂ ਲੀਹਾਂ ਤੇ ਆ ਸਕਦਾ। ਸਹੀ ਗੱਲ ਇਹੀ ਹੈ ਜਿਵੇਂ ਤੁਸੀਂ ਕਿਹਾ ਕਿ ਲੋਕਾਂ ਨੇ ਘੇਰਿਆ ਤਾਂ ਪੁੱਛਿਆ, ਮੈਨੂੰ ਇਹ ਚੰਗੀ ਗੱਲ ਲੱਗੀ ਆ ਕਿ ਜਿਹੜਾ ਇਹ ਅਸੀਂ ਬਾਰ-ਬਾਰ ਇਹ ਗੱਲਾਂ ਕਹਿੰਦੇ ਰਹੇ ਕਿ ਲੋਕ ਸਵਾਲ ਖੜੇ ਕਰਨ, ਨੌਜਵਾਨੀ ਆ ਜਿਹੜੇ ਸਵਾਲ ਪੰਜਾਬ ਦੇ ਲੋਕ ਹੁਣ ਸਵਾਲ ਖੜੇ ਕਰਨ ਲੱਗੇ। ਇਹ ਚੰਗੀ ਗੱਲ ਆ। ਜਿਨ੍ਹਾਂ ਨੇ ਹਾਲੇ ਤੱਕ ਨਹੀਂ ਸਵਾਲ ਖੜੇ ਉਹ ਵੀ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਆਪਣੇ ਸਰਪੰਚ ਨੂੰ, ਆਪਣੇ ਪੰਚ ਨੂੰ, ਆਪਣੇ MC ਨੂੰ, ਆਪਣੇ SDM ਨੂੰ, ਆਪਣੇ ਤਹਿਸੀਲਦਾਰ ਨੂੰ, ਆਪਣੇ DC ਨੂੰ, ਆਪਣੇ MLA ਨੂੰ, ਆਪਣੇ ਮੰਤਰੀ ਨੂੰ ਸਵਾਲ ਪੁੱਛਣ ਕਿ ਤੁਸੀਂ ਇਹ ਕੰਮ ਕੀਤਾ ਕਿਉਂ ਨਹੀਂ ਕੀਤਾ। ਜਿੱਦਣ ਤੁਸੀਂ ਸਵਾਲ ਪੁੱਛਣ ਲੱਗੇ, ਜਿੱਦਾਂ ਤੁਸੀਂ ਗੱਲ ਕਹਿਣ ਲੱਗੇ, ਜਿੱਦਾਂ ਤੁਸੀਂ ਉਹਨਾਂ ਨੂੰ ਟੋਕਣ ਲੱਗੇ, ਉਸ ਦਿਨ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਹੋਣੇ ਹੀ ਹੋਣੇ ਆ ਅਤੇ ਤੁਹਾਨੂੰ ਮਾਣ ਵੀ ਹੋਵੇਗਾ ਕਿ ਤੁਹਾਡੀ ਹੁਣ ਕੋਈ ਸਮੱਸਿਆ ਨਹੀਂ ਰਹੀ। ਇਹ ਉਦੋਂ ਹੀ ਹੱਲ ਹੋਣੀਆਂ ਜਦੋਂ ਤੁਸੀਂ ਖੜੇ ਹੋਵੋਗੇ, ਤੁਸੀਂ ਸਵਾਲ ਪੁੱਛੋਗੇ, ਤੁਸੀਂ ਆਪਣੇ ਲੀਡਰਾਂ ਨੂੰ ਘੇਰੋਗੇ। ਹਾਂ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਕਰਨ ਵਾਸਤੇ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।